TNT ਤੇ ਉਹ ਪਾਊਡਰ ਹੈ, ਉਹ ਬਰੂਦ ਹੈ ਜਿਹੜਾ ਕਿ ਤੋਪਖਾਨੇ ਤੇ ਗੋਲੀਆਂ 'ਚ ਇਸਤੇਮਾਲ ਹੁੰਦਾ। ਮੈਂ ਤਾਂ ਹੈਰਾਨ ਹਾਂ ਇਹ ਕਿੱਥੋਂ ਆਇਆ। ਗਨ ਪਾਊਡਰ ਇਸਤੇਮਾਲ ਹੋਇਆ, TNT ਹੋਇਆ, ਉਹ ਕੀ ਸੀਗਾ, ਕਿੱਥੇ ਦੀ, ਉਹ ਇੱਕ ਐਕਸਪਰਟ ਦੱਸ ਸਕਦੇ ਨੇ, ਇਹ ਆਮ ਪੁਲਿਸ ਨਹੀਂ ਕਰ ਸਕਦੀ। ਇਹਨਾਂ ਦੇ ਜਿਹੜੇ ਅੱਗੋਂ ਏਜੰਟ ਸੀ ਨਾ, ਜਿਹੜੇ ਇਨਫਾਰਮਰ, ਉਹ ਤੇ ਅੰਦਰ ਜਾ ਕੇ ਵੀ ਦੇਖ ਕੇ ਆਏ। ਫੌਜ ਦੇ ਵਿੱਚ ਦੁਸ਼ਮਣ ਦੇ ਟੈਂਕਾਂ ਨੂੰ ਤਬਾਹ ਕਰਨ ਦੇ ਲਈ, ਦੁਸ਼ਮਣ ਦੇ ਬੰਕਰਾਂ ਨੂੰ ਤਬਾਹ ਕਰਨ ਦੇ ਲਈ ਜਿਹੜਾ ਇਹ ਰੌਕਟ ਲਾਂਚਰ ਵਰਤਿਆ ਜਾਂਦਾ ਹੈ। ਰੌਕਟ ਲਾਂਚਰ ਵਾਲੀ ਜਿਹੜੀਆਂ ਵਿੱਚ ਉਹਦੀਆਂ ਕੀ ਇਹਦੇ ਵਿੱਚ ਹੁੰਦਾ, ਕਿੰਨੀ ਦੂਰੀ ਤੇ ਮਾਰ ਕਰਦਾ ਇਹ ਫੌਜ ਦੇ ਵਿੱਚ ਤੇ ਇਸਤੇਮਾਲ ਹੁੰਦਾ। ਪਰ ਮੈਂ ਇਹ ਪਹਿਲੀ ਦਫਾ ਦੇਖਿਆ, ਸੁਣ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਅੰਦਰੂਨੀ ਸੁਰੱਖਿਆ ਨੂੰ ਜਿਹੜਾ ਕਿ ਇੱਕ ਚੈਲੰਜ ਹੈਗਾ, ਉਹਦੇ ਵਿੱਚ ਮੋਹਾਲੀ ਵਿਖੇ ਇਹ ਰੌਕਟ ਲਾਂਚਰ ਦਾ ਇਸਤੇਮਾਲ ਕੀਤਾ ਗਿਆ। ਇੱਕ ਬਹੁਤ ਵੱਡੀ ਚੈਲੰਜ, ਬਹੁਤ ਵੱਡੀ ਚੁਣੌਤੀ ਹੈਗੀ। ਕਾਰ ਦੇ ਵਿੱਚੋਂ ਦਾਗਿਆ ਜਾਂਦਾ, ਨਾਲ ਦੀ ਨਾਲ ਬਲਾਸਟ ਹੋ ਜਾਂਦਾ। ਬਿਲਕੁਲ ਰਿਹਰਸਲ ਕੀਤੀ, ਉੱਥੋਂ ਲੰਘੇ ਨੇ, ਕਈ ਵਾਰੀ ਲੰਘੇ ਹੋਣਗੇ, ਪਤਾ ਥੋੜੇ ਲੱਗਿਆ ਇਹਨਾਂ ਨੂੰ। ਰੌਕਟ ਸੀ ਉਹ ਕੰਧ ਨਾਲ ਜਾ ਵੱਜਿਆ, ਕੰਧ ਨਾਲ ਵੱਜਣ ਤੋਂ ਬਾਅਦ ਉਹਦੇ ਖਿੜਕੀ ਦੇ ਸ਼ੀਸ਼ੇ ਤੋੜਤੇ, ਥੋੜਾ ਜਿਹਾ ਉੱਪਰ ਨੁਕਸਾਨ ਕੀਤਾ। ਜਿਹੜੀ ਵਿਦੇਸ਼ੀ ਸ਼ਕਤੀਆਂ ਨੇ ਉਹਨਾਂ ਤੋਂ ਬੜਾ ਵੱਡਾ ਹੁਲਾਰਾ ਮਿਲਣਾ ਸੀ। ਆਫਟਰ ਆਲ ਇਹਦਾ ਪਿੱਛੇ ਕਿਛੇ ਨਾ ਕੋਈ ਸ਼ਕਤੀਆਂ ਹੈਗੀਆਂ ਨੇ, ਵਿਦੇਸ਼ੀ ਹੋਣ, ਅੰਦਰੂਨੀ ਸ਼ਕਤੀਆਂ ਵੀ ਹੈਗੀਆਂ। ਇਹ ਛੋਟੀ ਮੋਟੀ ਘਟਨਾ ਨਾ ਲਈ ਜਾਏ, ਫਟਿਆ ਨਹੀਂ ਤਾਂ ਕੁਦਰਤੀ ਤੌਰ ਤੇ ਮਲਟੀ ਬੈਰਲ ਸਾਡੇ ਕੋਲ ਇੱਕ, ਮੈਂ ਦੱਸਿਆ ਨਾ, ਇੱਕ ਲਾਂਚਰ ਜਿਹਨੂੰ ਮੈਂ ਖੁਦ ਕਮਾਂਡ ਕੀਤਾ। ਬੀਤੇ ਦਿਨੀ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਰੌਕਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ ਤੇ ਇਸ ਤੋਂ ਬਾਅਦ ਹੁਣ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਹੋ ਰਹੇ ਨੇ। ਇਹ ਰੌਕਟ ਲਾਂਚਰ ਆ ਜਿਹੜਾ, ਇਸ ਦੀ ਜਿਹੜੀ ਦੂਰੀ, ਕਿੰਨੀ ਦੂਰੀ ਤੱਕ ਇਹ ਮਾਰ ਕਰਦਾ, ਕਿੱਥੇ ਕਿੱਥੇ ਵਰਤਿਆ ਜਾਂਦਾ, ਸਾਡੇ ਨਾਲ ਬ੍ਰਿਗੇਡੀਅਰ ਨੇ ਕੁਲਦੀਪ ਸਿੰਘ ਕਾਲੋਂ, ਇਹਨਾਂ ਤੋਂ ਪੂਰੀ ਜਾਣਕਾਰੀ ਲੈਂਦੇ ਆ ਕਿ ਫੌਜ ਦੇ ਵਿੱਚ ਵੀ ਵਰਤਿਆ ਜਾਂਦਾ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਫੌਜ ਦੇ ਵਿੱਚ ਦੁਸ਼ਮਣ ਦੇ ਟੈਂਕਾਂ ਨੂੰ ਤਬਾਹ ਕਰਨ ਦੇ ਲਈ, ਦੁਸ਼ਮਣ ਦੇ ਬੰਕਰਾਂ ਨੂੰ ਤਬਾਹ ਕਰਨ ਦੇ ਲਈ ਜਿਹੜਾ ਇਹ ਰੌਕਟ ਲਾਂਚਰ ਵਰਤਿਆ ਜਾਂਦਾ ਹੈ। ਪੰਜਾਬ ਦੇ ਵਿੱਚ ਚਾਹੇ ਤਾਂ ਉਹ ਅੱਤਵਾਦ ਦਾ ਸਮਾਂ ਰਿਹਾ ਹੋਵੇ, ਅੱਜ ਤੱਕ ਕਦੇ ਵੀ ਪੰਜਾਬ ਦੇ ਵਿੱਚ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਕਿ ਜਦੋਂ ਕਿ ਰੌਕਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ ਹੋਵੇ। ਗੱਲਬਾਤ ਕਰਦੇ ਹਾਂ। ਕਾਲੋ ਸਾਹਿਬ, D5 ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਕਾਲੋ ਸਾਹਿਬ, ਤੁਸੀਂ ਦੇਖਿਆ ਮੋਹਾਲੀ ਦੇ ਵਿੱਚ ਹੈੱਡਕੁਆਟਰ ਤੇ ਰੌਕਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ। ਤੁਸੀਂ ਲੰਮਾ ਸਮਾਂ ਫੌਜ ਦੀ ਨੌਕਰੀ ਕੀਤੀ ਆ। ਪਹਿਲਾਂ ਤਾਂ ਰੌਕਟ ਲਾਂਚਰ ਵਾਲੀ ਜਿਹੜੀਆਂ ਵਿੱਚ ਉਹਦੀਆਂ ਕੀ ਇਹਦੇ ਵਿੱਚ ਹੁੰਦਾ, ਕਿੰਨੀ ਦੂਰੀ ਤੇ ਮਾਰ ਕਰਦਾ, ਇਹ ਡਿਟੇਲ 'ਚ ਸਾਨੂੰ ਦੱਸੋ। ਰੌਕਟ ਲਾਂਚਰ ਜੋ ਇੱਥੇ ਇਸਤੇਮਾਲ ਕੀਤਾ ਗਿਆ, ਬੇਸਿਕ ਸਾਡੇ ਕੋਲ ਜਿਹੜਾ ਰੌਕਟ ਲਾਂਚਰ ਜਿਹੜਾ ਕਿ ਫੌਜ ਦੇ ਵਿੱਚ ਇੱਕ ਇਨਫੈਂਟਰੀ ਦੇ ਤੌਰ ਤੇ ਵਰਤਿਆ ਜਾਂ ਸਾਡੀ ਟ੍ਰੇਨਿੰਗ ਦੇ ਦੌਰਾਨ, ਇੰਡੀਅਨ ਮਿਲਟਰੀ ਅਕੈਡਮੀ ਟ੍ਰੇਨਿੰਗ ਦੇ ਦੌਰਾਨ, ਤੇ ਉਹ ਸਾਨੂੰ ਲੈਟਸ ਸੇ ਸ਼ੋਲਡਰ ਤੋਂ ਫਾਇਰ ਕਰਨ ਵਾਸਤੇ, ਗਰਾਊਂਡ ਤੋਂ ਫਾਇਰ ਕਰਨ ਵਾਸਤੇ, ਗੱਡੀ ਤੋਂ ਵੀ ਵੇਰੀਅਸ ਕਨਫਿਗਰੇਸ਼ਨ ਹੈਗੇ ਜਿੱਥੋਂ ਅਸੀਂ ਫਾਇਰ ਵੀ ਕਰਕੇ ਦੇਖਿਆ ਕਰਦੇ ਜਾਂਦੇ ਨੇ। ਉਹ ਲਿਮਟਿਡ ਰੇਂਜ ਹੁੰਦਾ, ਲਿਮਟਿਡ ਰੇਂਜ 300-500 ਮੀਟਰ ਡਿਪੈਂਡਿੰਗ ਅਪੋਨ ਦੀ ਕਿਹੜਾ ਤੁਹਾਡੇ ਕੋਲ ਕੋਈ ਇੱਕ ਗੱਡੀਆਂ ਦੇ ਛੋਟੀਆਂ ਇਕੱਠ ਹੈਗਾ, ਉਹਨੂੰ ਟਾਰਗੇਟ ਕਰਨਾ, ਜਾਂ ਕੋਈ ਬੰਕਰ ਦੁਸ਼ਮਣ ਦੇ ਆਗੇ ਅਟੈਕ ਕਰਦੇ ਆ ਉਹਨੂੰ ਕਰਨਾ, ਉਹ 500-700 ਗਜ ਦੀ ਦੂਰੀ ਤੇ, ਜਾਂ ਫਿਰ ਟੈਂਕ ਸਾਹਮਣੇ, ਟੈਂਕ ਤੇ ਫਾਈਟਲ, ਉਹਨਾਂ ਨਾਲ ਇਹਦਾ ਇਸਤੇਮਾਲ ਹੁੰਦਾ ਰਿਹਾ, ਬੇਸਿਕ ਵੈਪਨ। ਮਗਰ ਇਹਦਾ ਵੱਡਾ ਪ੍ਰਯੋਗ BM-21 ਗ੍ਰੈਡ, ਜਿੱਥੇ ਕਿ ਮੈਂ ਇੱਕ ਮੇਜਰ ਦੇ ਤੌਰ ਤੇ ਜਾਂ ਐਜ਼ ਏ 2IC ਬਾਅਦ 'ਚ ਰੈਜੀਮੈਂਟ ਬਣ ਗਈ। BM-21 ਗ੍ਰੈਡ 6 ਮੀਟਰ ਲੰਬਾ ਇੱਕ BM-21 ਗ੍ਰੈਡ, ਜਿਹਦੇ ਕਿ ਰੌਕਟ ਲਾਂਚਰ, ਜਿਹਦੇ ਕਿ 40 ਰੌਕਟ ਸਾਈਮਲਟੇਨੀਅਸਲੀ 30 ਸੈਕਿੰਡਾਂ ਵਿੱਚ ਇੱਕ ਲਾਂਚਰ ਤੇ ਕਰ ਦੇਣੇ, ਤੇ ਉਹ ਏਰੀਆ ਟਾਰਗੇਟ 20 ਕਿਲੋਮੀਟਰ ਤੱਕ, 18 ਕਿਲੋਮੀਟਰ ਤੱਕ। ਸੋ ਇਸ ਵਾਸਤੇ ਇਹ ਫੌਜ ਦੇ ਵਿੱਚ ਤੇ ਇਸਤੇਮਾਲ ਹੁੰਦਾ। ਪਰ ਮੈਂ ਇਹ ਪਹਿਲੀ ਦਫਾ ਦੇਖਿਆ, ਸੁਣ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਅੰਦਰੂਨੀ ਸੁਰੱਖਿਆ ਨੂੰ ਜਿਹੜਾ ਕਿ ਇੱਕ ਚੈਲੰਜ ਹੈਗਾ, ਉਹਦੇ ਵਿੱਚ ਮੋਹਾਲੀ ਵਿਖੇ ਇਹ ਰੌਕਟ ਲਾਂਚਰ ਦਾ ਇਸਤੇਮਾਲ ਕੀਤਾ ਗਿਆ। ਤੇ ਉਹ ਗ੍ਰਨੇਡ ਸੁੱਟਣ ਵਾਸਤੇ ਪ੍ਰੋਪਲ ਉਹਨੂੰ ਸ਼ਕਤੀ ਦਿੱਤੀ, ਰੌਕਟ ਲਾਂਚਰ ਉਹਦੇ ਤੋਂ ਫਾਇਰ ਕੀਤਾ ਗਿਆ। ਇੱਕ ਬਹੁਤ ਵੱਡੀ ਚੈਲੰਜ, ਬਹੁਤ ਵੱਡੀ ਚੁਣੌਤੀ ਹੈਗੀ ਹੈ, ਕਿਉਂਕਿ ਇਹ ਵੈਲ ਪਲੈਨਡ ਮੈਂ ਸਮਝਦਾ ਔਰ ਰਿਹਰਸਡ ਇਹ ਜਿਹੜਾ ਕਿ ਹਮਲਾ ਹੋਇਆ, ਇਹ ਰਿਕੋਨੈਸੈਂਸ ਕੀਤੀ ਗਈ, ਇਰਦ ਗਿਰਦ ਦੇਖਿਆ ਗਿਆ, ਇਹਦੀ ਇੰਪੋਰਟੈਂਸ ਕੀ ਹੈ, ਸਿਗਨੀਫੀਕੈਂਸ ਕੌਣ ਨਹੀਂ ਜਾਣਦਾ। ਇੰਟੈਲੀਜੈਂਸ ਹੈੱਡਕੁਆਟਰ ਜਿਹਦੇ ਕਿ ਇੱਕ ਕਿਸਮ ਦਾ ਦਿਲ ਹੈਗਾ, ਸ਼ਕਤੀ ਹੈ ਪੂਰੀ ਉਹਦੇ ਵਿੱਚ। ਸ਼ਕਤੀ ਕੀ ਹੈ? ਸਾਰਾ ਡੇਟਾ ਉੱਥੇ ਹੈਗਾ, ਪੰਜਾਬ ਸਰਕਾਰ ਦਾ ਨਹੀਂ, ਸਾਰੇ ਸੰਗਠਨਾਂ ਦਾ, ਸਾਰੀਆਂ ਸਾਰੇ ਕ੍ਰਾਈਮ, ਸਾਰਾ ਕੁਛ ਉਹਦੇ ਵਿੱਚ ਹੈਗਾ, ਗੱਡੀਆਂ ਆਉਂਦੀਆਂ ਜਾਂਦੀਆਂ, ਸਭ ਕੁਛ।
ਤੇ ਉਹਨੂੰ ਨਿਸ਼ਾਨਾ ਬਣਾਉਣਾ ਤੀਜੀ ਮੰਜ਼ਲ ਨੂੰ ਉਸ ਸਪੈਸੀਫਿਕਲੀ ਇਹਦਾ ਇਸਤੇਮਾਲ ਗੱਡੀ ਤੋਂ ਹੋਇਆ ਤੇ ਗਰਾਊਂਡ ਤੋਂ ਹੋਇਆ ਚੱਲਿਆ ਗੱਡੀ ਤੋਂ ਵੀ ਕਿਹਾ ਜਾ ਹੋ ਸਕਦਾ ਹੈ। ਮਗਰ ਇਹ ਇੱਕਦਮ ਕਿਉਂਕਿ ਉਹਦੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਪ੍ਰਸੀਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਏਮ ਲੈ ਕੇ ਮਾਰਨਾ ਉਹਨੂੰ ਇੰਟਰੈਕਟ ਤੋਪਖਾਨੇ ਇਸ ਤਰ੍ਹਾਂ ਦਾ ਹੈ ਨਹੀਂ ਹੁਣ ਪਿੱਛੋਂ ਕੋਈ ਕੰਟਰੋਲ ਕਰ ਰਿਹਾ ਓਪੀ ਆਫਸਰ। ਸਾਹਿਬ ਹੁਣ ਮੈਂ ਤੁਹਾਡੀ ਗੱਲ ਟੋਕ ਇੱਕ ਹੁਣ ਸੀਸੀਟੀਵੀ ਫੁਟੇਜ ਆਈ ਆ ਘਟਨਾ ਦੀ ਕਾਰ ਦੇ ਵਿੱਚੋਂ ਦਾਗਿਆ ਜਾਂਦਾ ਨਾਲ ਦੀ ਨਾਲ ਬਲਾਸਟ ਹੋ ਜਾਂਦਾ ਇਹਦਾ ਮਤਲਬ ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਪੂਰੀ ਰਿਹਰਸਲ ਕੀਤੀ ਹੋਣੀ ਉਹ ਬੰਦਿਆਂ ਨੇ। ਬਿਲਕੁਲ ਰਿਹਰਸਲ ਕੀਤੀ ਉੱਥੋਂ ਲੰਘੇ ਨੇ ਕਈ ਵਾਰੀ ਲੰਘੇ ਹੋਣਗੇ ਪਤਾ ਥੋੜ੍ਹੇ ਲੱਗਿਆ ਇਹਨਾਂ ਨੂੰ ਕਿਉਂਕਿ ਕਦੀ ਸ਼ੱਕ ਪਿਆ ਹੋਏ ਤਾਂ ਤੇ ਦੇਖਣ ਕਦੀ ਇਹਨਾਂ ਨੇ ਆਪਣੀ ਸੁਰੱਖਿਆ ਠੀਕ ਕੀਤੀ ਹੋਏ ਕਦੀ ਆਪਣੀ ਇੰਟੈਲੀਜੈਂਸ ਇਹਨਾਂ ਦੀ ਹੋਏ ਕਹਿੰਦੇ ਨੇ ਤੇ ਪਰ ਉਹ ਇਹੋ ਜਿਹੀਆਂ ਚੀਜ਼ਾਂ ਜੋ ਘਟਨਾਵਾਂ ਵਾਪਰਦੀਆਂ ਨੇ ਉਸ ਵੇਲੇ ਸਾਰੇ ਚੁੱਕਣੇ ਹੁੰਦੇ ਰੈੱਡ ਅਲਰਟ ਹੋ ਜਾਂਦਾ ਪਰ ਉਸ ਤੋਂ ਪਹਿਲਾਂ ਇਹ ਜਿਹੜੇ ਇਹਨਾਂ ਦੇ ਨੈਟਵਰਕ ਹੈਗੇ ਨੇ ਉਹ ਚੈਨਲ ਕੈਮਰੇ ਲੱਗੇ ਨੇ ਸਭ ਕੁਛ ਹੈਗਾ ਉਹ ਕਿਉਂ ਨਹੀਂ ਇਹ ਚੀਜ਼ਾਂ ਰਿਹਰਸਲ ਤੇ ਹੋਈ ਹੈ ਉੱਥੋਂ ਲੰਘੇ ਨੇ ਇੱਕ ਵਾਰੀ ਦੋ ਵਾਰੀ ਕਿਉਂ ਖਾਸ ਤੌਰ ਤੇ ਜਦੋਂ ਨਿਸ਼ਾਨਾ ਟਾਰਗੇਟ ਉਹ ਹੈਗਾ ਸਟੈਟਿਕ ਟਾਰਗੇਟ ਹੈ ਉਹ ਟੈਂਕ ਦੀ ਤਰ੍ਹਾਂ ਮੂਵ ਨਹੀਂ ਕਰ ਰਿਹਾ ਉਹ ਗੱਡੀਆਂ ਦੀ ਤਰ੍ਹਾਂ ਇਹ ਗੱਡੀ ਤੋਂ ਮੂਵ ਕਰ ਰਹੇ ਨੇ ਲਾਂਚ ਪੈਡ ਜਿਹੜਾ ਲਾਂਚ ਪੈਡ ਇਸ ਵੇਲੇ ਗੱਡੀ ਦਾ ਇਸਤੇਮਾਲ ਕਰਨ ਕੀਤਾ ਗਿਆ ਇਸ ਵਾਸਤੇ ਉਹ ਬੜੀ ਪ੍ਰਸੀਸ਼ਨ ਬੜੀ ਟ੍ਰੇਨਿੰਗ ਬੜੀ ਸਕਿੱਲ ਚਾਹੀਦੀ ਹੈ ਸਕਿੱਲ ਉਹਨੂੰ ਉੱਥੇ ਲਾਂਚ ਕਰਨ ਵਾਸਤੇ ਉਹਨੂੰ ਉਡਾਉਣ ਵਾਸਤੇ ਤੇ ਉਹ ਮੂਵਿੰਗ ਤੋਂ ਤੇ ਇਧਰ ਤੋਂ ਜਾ ਸਕਦਾ ਨਿਸ਼ਾਨਾ ਇਸ ਵਾਸਤੇ ਇਹਦੀ ਰਿਹਰਸਲ ਹੋਈ ਹੈ ਇਹਦੀ ਟ੍ਰੇਨਿੰਗ ਹੋਈ ਹੈ ਇਹਦਾ ਜਿਹੜਾ ਇਸਤੇਮਾਲ ਕੀਤਾ ਉਹ ਖੁਦਾ ਨਖਾਸਤਾ ਫਟਿਆ ਨਹੀਂ ਤੇ ਉਹਦਾ ਫਿਰ ਵੀ ਇੰਪੈਕਟ ਤੇ ਹੋਇਆ ਜੇਕਰ ਇਹ ਫਟਦਾ ਕਿਉਂਕਿ ਉਹ ਜਿਹੜਾ ਰੌਕਟ ਸੀ ਉਹ ਕੰਧ ਨਾਲ ਜਾ ਵੱਜਿਆ ਕੰਧ ਨਾਲ ਵੱਜਣ ਤੋਂ ਬਾਅਦ ਉਹਨੇ ਖਿੜਕੀ ਦੇ ਸ਼ੀਸ਼ੇ ਤੋੜਤੇ ਥੋੜਾ ਜਿਹਾ ਉੱਪਰ ਨੁਕਸਾਨ ਕੀਤਾ ਫਟਿਆ ਨਹੀਂ ਪ੍ਰੋਪਰ ਜਿਹੜੇ ਮੋਟਾਰ ਹੀ ਕਹਿੰਦੇ ਨੇ ਉਹਨੂੰ ਮੋਟਾਰ ਕਹਿੰਦੇ ਨੇ ਕਿਹੜਾ ਮੁੱਲ ਲੱਗਿਆ ਹੁੰਦਾ ਮੂਰੀ ਬਿਲਕੁਲ ਉਹ ਜੇ ਤੇ ਕਿਸੇ ਇਹੋ ਜਿਹੀ ਚੀਜ਼ ਨਾਲ ਵੱਜਦਾ ਸੌਫਟ ਟਾਰਗੇਟ ਹੁਣ ਵੱਜਿਆ ਤੇ ਉਹ ਅੱਗ ਵੀ ਲੱਗ ਸਕਦੀ ਸੀ ਭੰਬਾਕਾ ਹੋ ਸਕਦਾ ਸੀਗਾ ਅੱਗ ਲੱਗ ਸਕਦੀ ਸੀ ਤੇ ਉਹਦੇ ਨਾਲ ਤਬਾਹੀ ਹੋ ਸਕਦੀ ਉੱਥੇ ਤੇ ਫਾਈਲਾਂ ਵੀ ਨੇ ਰਿਕਾਰਡ ਵੀ ਹੈਗਾ ਜੇਕਰ ਉਹ ਫਟਦਾ ਕਿੰਨੀ ਕੁ ਨੁਕਸਾਨ ਪਹੁੰਚਾ ਸਕਦਾ ਬਹੁਤ ਵੱਡਾ ਨੁਕਸਾਨ ਸੀ ਤੇ ਇੱਕ ਜਿਹੜੀ ਵਿਦੇਸ਼ੀ ਸ਼ਕਤੀਆਂ ਨੇ ਉਹਨਾਂ ਤੋਂ ਬੜਾ ਵੱਡਾ ਹੁਲਾਰਾ ਮਿਲਣਾ ਸੀ ਆਫਟਰ ਆਲ ਇਹਦਾ ਪਿੱਛੇ ਕਿੱਥੇ ਨਾ ਕੋਈ ਸ਼ਕਤੀਆਂ ਹੈਗੀਆਂ ਨੇ ਵਿਦੇਸ਼ੀ ਹੁਣ ਅੰਦਰੂਨੀ ਸ਼ਕਤੀਆਂ ਵੀ ਹੈਗੀਆਂ ਨੇ ਤੇ ਜਿਨ੍ਹਾਂ ਦਾ ਹੱਥ ਹੈਗਾ ਇਹ ਕੋਆਰਡੀਨੇਟਡ ਹੈ ਇਸ ਤੋਂ ਪਹਿਲਾਂ 3-4 ਹਮਲੇ ਪਿਛਲੇ 6 ਮਹੀਨਿਆਂ 'ਚ ਗਰਨੇਡ ਸੁੱਟਣ ਦੇ ਹੋਏ ਦੇਖੋ ਨਵਾਂ ਸ਼ਹਿਰ ਵਿਖੇ ਹੋਇਆ 7 ਨਵੰਬਰ ਮੇਖਾ ਪਿਛਲੇ ਸਾਲ 22 ਨਵੰਬਰ ਨੂੰ ਉਹ ਪਠਾਨਕੋਟ ਸਾਡੇ ਛਾਉਣੀ ਵੱਲ ਨੂੰ ਉੱਥੇ ਮੋਟਰਸਾਈਕਲ ਜਾਂਦੇ ਉਹਨਾਂ ਗਰਨੇਡ ਸੁੱਟਿਆ ਫਿਰ ਠੀਕ ਹੈ ਇੱਥੇ ਰੋਪੜ ਵਿਖੇ ਉਹ ਥਾਣੇ ਦੇ ਲਾਗੇ ਉੱਥੇ ਹਮਲਾ ਹੋਇਆ ਇਹ ਸਾਰੇ ਗਰਨੇਡ ਤੇ ਆ ਚੌਥਾ ਜਿਹੜਾ ਉੱਦਾਂ ਤੇ RDX ਮਿਲ ਗਈ ਇੱਥੇ ਬੁੜੈਲ ਜੇਲ੍ਹ 'ਚ ਮਿਲ ਗਈ ਉੱਥੇ ਕਰਨਾਲ ਮਿਲ ਗਈ ਪਰ ਆਹ ਗਰਨੇਡ ਜਿਹੜਾ ਇਸਤੇਮਾਲ ਕੀਤਾ ਰਾਕਟ ਲਾਂਚਰ ਦਾ ਪਹਿਲੀ ਵਾਰੀ ਇੱਥੇ ਹੋਇਆ ਉਹਨਾਂ ਨੇ ਪੂਰਾ ਪੰਜਾਬ ਦਾ ਜਾਇਜ਼ਾ ਲੈ ਕੇ ਜਿੱਥੇ ਸਾਰੀ ਸ਼ਕਤੀ ਹੈਗੀ ਹੈ ਜਿੱਥੇ ਕੇਂਦਰ ਹੈਗਾ ਜਿੱਥੋਂ ਕਿ ਸਭ ਕੁਝ ਇਮਰਜ ਹੁੰਦਾ ਜਿੱਥੇ ਕਿ ਸਾਰੀਆਂ ਚੀਜ਼ਾਂ ਅੱਗੇ ਚੱਲਦੀਆਂ ਨੇ ਇਨਕੁਆਰੀਆਂ ਹੋਈਆਂ ਸਭ ਕੁਝ ਹੋਇਆ ਸਭ ਕੁਝ ਉਹਦੇ ਸਾਰਾ ਡੇਟਾ ਹੈਗਾ ਤੇ ਇਹ ਪਹਿਲੀ ਵਾਰੀ ਹੋਇਆ ਇੱਕ ਬਹੁਤ ਵੱਡਾ ਇਸ ਪੱਖੋਂ ਚੈਲੰਜ ਲੈਣ ਦੀ ਜ਼ਰੂਰ ਹੈ ਇਹ ਛੋਟੀ ਮੋਟੀ ਘਟਨਾ ਨਾ ਲਈ ਜਾਏ ਫਟਿਆ ਨਹੀਂ ਤਾਂ ਕੁਦਰਤੀ ਤੌਰ ਤੇ ਚੰਗੀ ਗੱਲ ਇੱਕ ਗੱਲ ਹੋਰ ਜਿਹੜੇ ਇਹ ਰਾਕਟ ਲਾਂਚਰ ਆ ਤੁਸੀਂ ਲੰਮਾ ਸਮਾਂ ਫੌਜ ਦੀ ਨੌਕਰੀ ਕਦੋਂ ਤੱਕ ਇਹ ਆਈ ਸੀ ਕਿ ਹੁਣ ਆਈ ਹੈ ਨਵੀਂ ਤਕਨੀਕ ਇਹ ਰਾਕਟ ਲਾਂਚਰ ਨਹੀਂ ਇਹ ਤੇ ਵਰਲਡ ਵਾਰ 2 ਦੇ ਟਾਈਮ ਦੇ ਤੇ ਵੀ ਮੈਂ ਦੱਸਿਆ ਨਾ ਕਿ ਸ਼ੋਲਡਰ ਫਾਇਰ ਤੇ ਰਾਕਟ ਲਾਂਚਰ ਤੇ ਰਹੇ ਨੇ ਪਰ ਉਸ ਤੋਂ ਬਾਅਦ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਹੁਣ ਤੇ ਮਲਟੀ ਬੈਰਲ ਸਾਡੇ ਕੋਲ ਇੱਕ ਮੈਂ ਦੱਸਿਆ ਨਾ ਇੱਕ ਲਾਂਚਰ ਜਿਹਨੂੰ ਮੈਂ ਖੁਦ ਕਮਾਂਡ ਕੀਤਾ ਕਹੇ ਕਿ ਭਾਈ ਉਹ 30 ਸੈਕਿੰਡ 6 ਮੀਟਰ ਲੰਬੇ ਰਾਕਟ ਫੈਂਕ ਕੇ ਜਾ ਸਕਦੇ ਨੇ ਉਹ ਤਾਂ ਬਹੁਤ ਵੱਡੀ ਟੈਕਨੋਲੋਜੀ ਵੱਧ ਗਈ ਪਰ ਇਹਦਾ ਇਸਤੇਮਾਲ ਤੇ ਛੋਟੇ ਟਾਰਗੇਟ ਵਾਸਤੇ ਛੋਟੇ ਲੈਵਲ ਦੇ ਉੱਤੇ ਪਲਟੂਨ ਲੈਵਲ ਕੰਪਨੀ ਲੈਵਲ ਦੇ ਉੱਤੇ ਰਾਕਟ ਲਾਂਚਰ ਦਾ ਇਸਤੇਮਾਲ ਹੁੰਦਾ ਰਿਹਾ ਕਿੰਨਾ ਕੁ ਬਰੂਦ ਇਹਦੇ ਵਿੱਚ ਕਿੰਨਾ ਕੁ ਭਰਿਆ ਹੁੰਦਾ ਇਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿ TNT ਜਿਹੜਾ TNT ਤੇ ਉਹ ਪਾਊਡਰ ਹੈ ਉਹ ਬਰੂਦ ਹੈ ਜਿਹੜਾ ਕਿ ਤੋਪਖਾਨੇ ਦੇ ਗੋਲਿਆਂ 'ਚ ਇਸਤੇਮਾਲ ਹੁੰਦਾ ਮੈਂ ਤੇ ਹੈਰਾਨ ਆ ਇਹ ਕਿੱਥੋਂ ਆਇਆ ਉਹ ਕਿਤੋਂ ਤੋਂ ਆਇਆ ਨਾ ਬਾਹਰੋਂ ਆਇਆ ਇੱਥੇ ਥੋੜਾ ਪੈਦਾ ਹੋ ਗਿਆ ਇੱਥੋਂ ਵੀ ਸਭ ਕੁਝ ਹੋ ਸਕਦਾ ਤੇ ਉਹ TNT ਇਸਤੇਮਾਲ ਕੀਤਾ ਸਾਡੀ ਤੋਪਖਾਨੇ ਦੇ ਵਿੱਚ ਜਿਹੜਾ ਤੋਪ ਦੇ ਗੋਲੇ ਹੈਗੇ ਨੇ ਭਾਵੇਂ ਉਹ ਬੋਫਰ ਦੇ ਹੋਣ ਭਾਵੇਂ ਮੀਡੀਅਮ ਰੈਜੀਮੈਂਟ ਦੇ ਹੋਣ ਫੀਲਡ ਗਨ ਦੇ ਹੋਣ ਉਹ ਜਿਹੜਾ ਸਾਡੀ ਆਰਡੀਨੈਂਸ ਫੈਕਟਰੀਆਂ ਜਿਹੜੀਆਂ ਬਣਾਉਂਦੀਆਂ ਨੇ ਉੱਥੇ ਇਸਤੇਮਾਲ ਹੁੰਦਾ TNT ਇਹੋ ਜਿਹਾ ਵੀ ਇੱਕ ਮਤਲਬ ਇਹੋ ਜਿਹਾ ਕਹਿੰਦੇ ਜੇ ਹੋਇਆ ਤੇ ਇਹ ਵੀ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਚੈਲੰਜ ਹੈਗਾ ਇੱਕ ਬਹੁਤ ਵੱਡੀ ਇਹ ਤੇ ਗਹਿਰਾਈ ਤੱਕ ਜਾਣ ਦੀ ਲੋੜ ਹੈ ਕਿੱਥੋਂ ਆਇਆ ਸਿਰਫ ਇਹ ਆਇਡੈਂਟੀਫਾਈ ਕਰ ਲੈਣਾ ਕਿ ਉਹ ਇਸਤੇਮਾਲ 4-5 ਬੰਦੇ ਉਹਨੂੰ ਫੜ ਲੈਣੇ 6 ਬੰਦੇ ਉਹ ਨਹੀਂ ਪਰ ਇਹਦਾ ਜਿਹੜਾ ਹੁਣ ਉਹ ਰਾਕਟ ਉਹਦੀ ਰਿਵਰਸ ਇੰਜੀਨੀਅਰਿੰਗ ਹੋਈ ਰਿਵਰਸ ਇੰਜੀਨੀਅਰਿੰਗ ਕਿੱਥੋਂ ਆਇਆ ਕਿੱਦਾਂ ਇਹ ਕਿਹੜਾ ਹੈਗਾ ਕਿੱਥੋਂ ਬਣਿਆ ਇਹ ਰਸ਼ੀਆ ਦਾ ਕੋਈ ਕਹਿੰਦਾ ਕਿ ਚੀਨ ਤੋਂ ਆਇਆ ਕਿੱਦਾਂ ਇਹ ਕਿਹੜਾ ਹੈਗਾ ਕਿੱਥੋਂ ਬਣਿਆ ਇਹ ਰਸ਼ੀਆ ਦਾ ਕੋਈ ਕਹਿੰਦਾ ਕਿ ਚੀਨ ਤੋਂ ਆਇਆ ਕਿੱਥੋਂ ਆਇਆ
ਉੱਥੇ ਸੁੱਟ ਕੇ ਚਲੇ ਗਏ ਜਿੱਦਾਂ ਵੀ ਉਹਦੀ ਰਿਵਰਸ ਇੰਜੀਨੀਅਰਿੰਗ ਹੋਏ, ਮਗਰ ਜਿਹੜਾ ਉਹਦੇ 'ਚ ਗਨ ਪਾਊਡਰ ਇਸਤੇਮਾਲ ਹੋਇਆ, TNT ਹੋਇਆ, ਉਹ ਕੀ ਸੀਗਾ, ਕਿੱਥੇ ਵੀ, ਉਹ ਇੱਕ ਐਕਸਪਰਟ ਦੱਸ ਸਕਦੇ ਨੇ, ਇਹ ਆਮ ਪੁਲਿਸ ਨਹੀਂ ਕਰ ਸਕਦੀ। ਇੱਕ ਗੱਲ ਕਾਲੂ ਸਾਹਿਬ ਹੋਰ, ਜਿਸ ਤਰ੍ਹਾਂ ਗੱਡੀ ਹੁਣ CCTV ਫੁਟੇਜ ਆ ਗਈ, ਫੁਟੇਜ ਦੇ ਵਿੱਚ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ, ਇਹਦਾ ਮਤਲਬ ਪੂਰੇ ਐਕਸਪਰਟ ਸੀ ਬੰਦੇ ਉਹ, ਫਿਰ ਵੀ ਉੱਥੇ ਜਾ ਕੇ ਕਮਰੇ ਦੇ ਨਾਲ ਲੱਗਿਆ, ਹਾਲਾਂਕਿ ਥੋੜਾ ਜਿਹਾ ਉਹਨਾਂ ਦਾ ਨਿਸ਼ਾਨਾ ਚੁੱਕ ਗਿਆ, ਨਹੀਂ ਜ਼ਿਆਦਾ ਨੁਕਸਾਨ ਹੋ ਸਕਦਾ, ਮਤਲਬ ਪੂਰੀ ਉਹਨਾਂ ਨੂੰ ਰਿਹਰਸਲ ਹੋਈ ਹੋਈ ਸੀ, ਪੂਰੀ ਉਹਨਾਂ ਨੇ ਅਭਿਆਸ ਕੀਤਾ ਹੋਇਆ ਸੀ, ਜਿਹੜਾ ਬੰਦਾ ਸੀ ਉਹ ਪੂਰਾ ਐਨ ਐਕਸਪਰਟ ਸੀ। ਇਹ ਅਗਰ ਇਸ ਦੀ ਗਹਿਰਾਈ ਤੇ ਜਾਇਆ ਜਾਏ ਤਾਂ ਮੈਂ ਸਮਝਦਾ ਹਾਂ ਕਿ ਇਹਨਾਂ ਦੇ ਜਿਹੜੇ ਅੱਗੋਂ ਏਜੰਟ ਸੀ ਨਾ, ਜਿਹੜੇ ਇਨਫਾਰਮਰ, ਉਹ ਤੇ ਅੰਦਰ ਜਾ ਕੇ ਵੀ ਦੇਖ ਕੇ ਆਏ ਹੋਣੇ ਨੇ, ਉਹ ਤੇ ਇਰਦ ਗਿਰਦ ਇਮਾਰਤ ਦੇ ਇਰਦ ਗਿਰਦ ਜ਼ਰੂਰ ਜਾ ਕੇ ਦੇਖਣਾ, ਅੱਜ ਨਹੀਂ ਕੱਲ ਨਹੀਂ 6 ਮਹੀਨੇ ਪਹਿਲੋਂ ਜਾਂ ਕੈਸੇ, ਇਹ ਸਾਰੀ ਗੱਲ ਉਹ ਪੂਰਾ ਤੈਅ ਹੋਇਆ ਹੋਣਾ। ਜ਼ਰੂਰ ਅੰਦਰੂਨੀ ਸ਼ਕਤੀਆਂ, ਅੰਦਰੂਨੀ ਕੋਈ ਨਾ ਕੋਈ ਐਲੀਮੈਂਟ ਵਿੱਚ ਸੀਗੇ ਸ਼ਾਮਲ, ਜਿਨ੍ਹਾਂ ਨੇ ਕਿ ਪੂਰੀ ਕਵਰ ਦਿੱਤੀ, ਜਿਨ੍ਹਾਂ ਨੇ ਕਿ ਸਹਿਯੋਗ ਦਿੱਤਾ, ਜਿਨ੍ਹਾਂ ਨੂੰ ਕਿ ਖਰੀਦਿਆ ਗਿਆ, ਜਿਨ੍ਹਾਂ ਦਾ ਇਸਤੇਮਾਲ ਹੋਇਆ। ਨਹੀਂ ਇੱਥੇ ਦੇਖੋ ਲੁਧਿਆਣਾ ਤੇ ਪੜ੍ਹਿਆ ਗਿਆ ਨਾ, ਫਿਰ ਕੀ ਹੋਇਆ ਸੀ, ਪਰ ਇਹ ਤੇ ਅੱਗੋਂ ਹੋਰ ਵਧਦਾ ਚਲਾਉਣ ਵਾਲਾ ਬੰਦੇ ਨੂੰ ਵੀ ਫਿਰ ਤਾਂ ਪੂਰੀ ਤਰ੍ਹਾਂ ਦੀ ਉਹਨੂੰ ਵੀ ਸਿਖਾਇਆ ਗਿਆ ਹੋਣਾ ਵੀ ਇਸ ਤਰੀਕੇ ਨਾਲ ਚਲਾਉਣਾ। ਫਿਰ ਬਿਲਕੁਲ ਉਹ ਤੇ ਹੈ ਹੀ ਹੈ। ਉਹ ਤੇ ਦੇਖੋ ਸਾਡੇ ਇੱਥੇ ਸਾਡੇ ਪੜੋਸੀ ਮੁਲਕ ਪਾਕਿਸਤਾਨ ਹੋਏ, ਚਾਈਨਾ ਹੋਏ, ਤੇ ਮਿਆਂਮਾਰ ਦੇ ਰਸਤੇ ਵੀ ਆ ਰਹੇ ਨੇ ਸਾਰੇ, ਇਹ ਟ੍ਰੇਨਿੰਗ ਤੇ ਕੈਂਪ ਲੱਗੇ ਨੇ। ਅਸੀਂ ਬਾਰ-ਬਾਰ ਕਹੀ ਜਾਂਦੇ ਹਾਂ 200 ਅੱਤਵਾਦੀ ਤਿਆਰ ਨੇ ਉੱਥੇ POK ਦੇ ਵਿੱਚ, ਤੇ ਉੱਥੇ ਉਹ ਸਾਰੇ ਕੈਂਪ ਤੇ ਚੱਲ ਰਹੇ ਨੇ, ਤੇ ਉਹ ਕੈਂਪ ਸਿਰਫ JNK ਵਾਸਤੇ ਨਹੀਂ, ਉਹ ਕੈਂਪ ਭਾਵੇਂ JNK ਥਰੂ ਆਉਣ, ਭਾਵੇਂ ਨੇਪਾਲ ਦੇ ਥਰੂ ਆਉਣ, ਤੇ ਉਹ ਸਾਰੇ ਪੰਜਾਬ ਵਿੱਚ ਵੀ ਫੈਲ ਰਹੇ ਨੇ, ਉਹ ਜਿਹੜੇ ਵਿਅਕਤੀ ਨੇ ਇਹੋ ਜਿਹੇ ਹੈਗੇ ਨੇ। ਕੱਲ੍ਹ ਸਾਹਿਬ ਕਿਸ ਦੀ ਨਾਕਾਮੀ ਮੰਨਦੇ ਹੋ, ਕਿਉਂਕਿ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਹਮਲਾ ਹੋ ਜਾਣਾ ਨਾਕਾਮੀ ਕਿਸ ਦੀ ਮੰਨਦੇ ਹੋ, ਤੇ ਦੂਜਾ ਸੁਰੱਖਿਆ ਨੂੰ ਲੈ ਕੇ ਕਿੱਡੀ ਬੜੀ ਇਹ ਚੁੱਕ ਆ ਜਿਹੜੀ? ਦੇਖੋ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇੱਕ ਸਿਰਫ ਇਹ ਇੱਕ ਝਟਕਾ ਛੋਟਾ ਨਹੀਂ ਹੈਗਾ, ਇਹ ਇੱਕ ਮੈਂ ਸਮਝਦਾ ਹਾਂ ਕਿ ਇੱਕ ਵਾਰਨਿੰਗ ਹੈ, ਇੱਕ ਵਾਰਨਿੰਗ ਹੈ, ਇਹਨੂੰ ਗੰਭੀਰਤਾ ਲੈਣ ਦੀ ਲੋੜ ਹੈ, ਕਿਉਂਕਿ ਅੰਦਰੂਨੀ ਸੁਰੱਖਿਆ ਵਾਸਤੇ ਖਤਰਾ ਹੈ। ਪਹਿਲੀ ਗੱਲ ਕਿ ਇਸ ਕਿਸਮ ਦਾ ਵੈਪਨ ਇਸਤੇਮਾਲ ਕਰਨਾ ਰੌਕਟ ਲਾਂਚਰ ਦਾ, ਦੂਜੀ ਗੱਲ ਸਪੈਸੀਫਿਕ ਟਾਰਗੇਟ, ਇੱਕ ਸਟੇਟ ਗਵਰਨਮੈਂਟ ਦਾ ਹੈੱਡਕੁਆਟਰ ਸਮਝ ਲਓ, ਇੰਟੈਲੀਜੈਂਸ ਸਭ ਤੋਂ ਵੱਡਾ ਹੈੱਡਕੁਆਟਰ ਮੋਹਾਲੀ 'ਚ, ਤੇ ਇਹ ਸਟੇਟ ਕੈਪੀਟਲ ਹੈ ਚੰਡੀਗੜ੍ਹ, ਤੇ ਇੱਥੇ ਸਾਰੇ ਹੈੱਡਕੁਆਟਰ ਨੇ, ਉਹ ਉੱਥੇ ਹੀ ਆਇਆ ਨਾ, ਉੱਥੇ ਸਾਰੇ ਦਫ਼ਤਰ ਤੇ ਬਹੁਤ ਸਾਰੇ ਮੋਹਾਲੀ 'ਚ ਨੇ ਪੰਜਾਬ ਸਰਕਾਰ ਦੇ, ਤੇ ਇਸ ਵਾਸਤੇ ਇੱਕ ਸਿਕਿਉਰਿਟੀ ਪੱਖੋਂ ਬਹੁਤ ਵੱਡਾ ਚੈਲੰਜ ਹੈ, ਇੱਕ ਬਹੁਤ ਵੱਡੀ ਸਮੱਸਿਆ, ਇਹਨੂੰ ਗੰਭੀਰਤਾ ਲੈਣ ਦੀ ਲੋੜ ਹੋਏਗੀ, ਇਹਨੂੰ ਸਾਰੇ ਪੱਖੋਂ ਹੈ ਗੱਲ, ਔਰ ਸਹਿਯੋਗ ਲੈਣ ਦੀ, ਸਹਿਯੋਗ ਦੇਣ ਦੀ ਵੀ ਸਿਆਸੀ ਪਾਰਟੀਆਂ ਜਿੱਥੋਂ ਵੀ ਕੋਈ ਨਾ ਕੋਈ ਸੁਰਾਖ ਮਿਲਦੇ ਜ਼ਰੂਰ, ਪਰ ਬਾਕੀ ਏਜੰਸੀਆਂ NIA ਲੱਗੇ ਹਨ, ਸਾਡੇ ਵਿੱਚ ਰਾਹ ਦੀ ਵੀ ਜ਼ਰੂਰਤ ਹੈਗੀ ਹੈ, ਇਹਦੀ ਕੋਆਰਡੀਨੇਸ਼ਨ ਜ਼ਰੂਰਤ ਹੈਗੀ। ਇਹਨੂੰ ਸਿਰਫ ਸੂਬਾ ਸਰਕਾਰ ਤੇ ਇੱਕ ਸੂਬਾ ਸਰਕਾਰ ਨੂੰ ਬਲੇਮ ਨਾ ਕੀਤਾ ਜਾਏ ਇਕੱਲਾ, ਜੋ ਚੂਕ ਹੋਈ ਹੈ, ਜੋ ਉਹ 'ਚ ਲੂਪਹੋਲ ਤੇ ਹੈਗੀਆਂ ਨੇ, ਮਗਰ ਮੈਂ ਸਮਝਦਾ ਕਿ ਇਹਨੂੰ ਉੱਪਰਲੇ ਐਂਗਲ ਤੇ ਦੇਖਣਾ ਚਾਹੀਏ, ਨੈਸ਼ਨਲ ਲੈਵਲ ਤੇ ਦੇਖਣਾ ਚਾਹੀਏ ਜਿਹੜੀ ਹੈ, ਤਾਂ ਕਿ ਇਸ ਕਿਸਮ ਦੀ ਵਾਰਦਾਤ ਹੋਰ ਕਿਤੇ ਨਾ ਵਾਪਰੇ। ਸਾਡੀਆਂ ਬਹੁਤ ਸਾਰਾ IBA, RAW ਹੈ, ਸੋ ਮੈਨੀ ਥਿੰਗਸ ਆਰ ਦੇਅਰ, ਠੀਕ ਹੈ, BSF ਹੈ, ਉਸ ਪਾਸੇ ਡਰੋਨ ਡਿੱਗ ਰਹੇ, ਸਾਰਾ ਕੁਛ ਇਹਨੂੰ ਲੰਬੇ ਤੌਰ ਤੇ ਕਰਨਾਲ 'ਚ ਵੀ ਹੋ ਗਿਆ, RTS ਫੜਿਆ ਗਿਆ, ਸੋ ਇਹਨੂੰ ਸਿਰਫ ਇੱਥੇ ਤੇ ਕਰਨੇ, ਕੋਈ ਹਿਮਾਚਲ 'ਚ ਵੀ ਕੁਛ ਹੋ ਰਿਹਾ, ਇਹ ਸਭ ਕੁਛ ਇਹਨੂੰ ਮੈਂ ਹੋਲਿਸਟਿਕ ਅਪਰੋਚ ਜਿਹਨੂੰ ਕਿਹਾ ਜਾਂਦਾ ਉਹ ਲੈਣਾ ਚਾਹੀਦਾ, ਉਸ ਪੱਖੋਂ ਦੇਖਣਾ ਚਾਹੀਦਾ। ਧੰਨਵਾਦ, ਥੈਂਕ ਯੂ। ਇਹ ਸਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ, ਜਿਨ੍ਹਾਂ ਨੇ ਪੂਰੀ ਡਿਟੇਲ ਦੇ ਵਿੱਚ ਸਾਨੂੰ ਸਮਝਾਇਆ ਜੋ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਰੌਕਟ ਲਾਂਚਰ ਦੇ ਨਾਲ ਹਮਲਾ ਹੋਇਆ ਹੈ। ਸਾਫ਼ ਦੱਸਿਆ ਇਹਨਾਂ ਨੇ ਕਿ ਉਸ ਦੇ ਵਿੱਚ ਬਰੂਦ ਬੜਾ ਖਤਰਨਾਕ ਹੁੰਦਾ, ਜੇਕਰ ਉਹ ਫਟਦਾ ਤਾਂ ਕਾਫੀ ਨੁਕਸਾਨ ਕਰ ਸਕਦਾ ਸੀ। ਨਾਲ ਦੀ ਨਾਲ ਦੱਸਿਆ ਇਹਨਾਂ ਨੇ ਕਿ ਫੌਜ ਦੇ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੇ ਲਈ, ਉਹਨਾਂ ਦੀਆਂ ਗੱਡੀਆਂ ਨੂੰ ਤਬਾਹ ਕਰਨ ਦੇ ਲਈ ਤੇ ਟੈਂਕਾਂ ਨੂੰ ਉਡਾਉਣ ਦੇ ਲਈ ਇਹ ਜਿਹੜਾ ਰੌਕਟ ਲਾਂਚਰ ਜਿਹੜਾ ਵਰਤਿਆ ਜਾਂਦਾ ਹੈ। ਬੜੀ ਗੰਭੀਰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਰੌਕਟ ਲਾਂਚਰ ਦੇ ਨਾਲ ਹਮਲਾ ਹੋਇਆ, ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ। ਬਹੁਤ ਮਾੜਾ ਸਮਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ, ਪਰ ਇਹ ਜਿਹੜੀ ਘਟਨਾ, ਇਸ ਨੂੰ ਲੈ ਕੇ ਜਿਹੜੀ ਚਾਰੇ ਪਾਸੇ ਚਰਚਾ ਹੋ ਰਹੀ ਆ, ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਹੋ ਰਹੇ ਨੇ। ਵੀਡੀਓ ਜਰਨਲਿਸਟ ਅਤੁਲ ਵਰਮਾ ਦੇ ਨਾਲ ਕੁਲਦੀਪ ਸਿੰਘ ਪੋੜੇ, D5 ਚੈਨਲ ਪੰਜਾਬੀ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ